ਸਪੈਸ਼ਲ ਪ੍ਰੋਗਰਾਮ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਲਖਵਿੰਦਰ ਸਿੰਘ ਮਾਨ ਲੈ ਕੇ ਹਾਜ਼ਰ ਹਾਂ ਪੰਜਾਬ ਦੀ ਰਾਜਨੀਤੀ ਦੀਆਂ ਕੁਝ ਵੱਡੀਆਂ ਤੇ ਅਹਿਮ ਖਬਰਾਂ। ਸੋ ਗੱਲਬਾਤ ਕਰਾਂਗੇ ਕੱਲ ਪੰਜਾਬ ਦੀ ਪਹਿਲੀ ਜੋ ਕੈਬਨਿਟ ਮੀਟਿੰਗ ਹੋਈ ਸੀ ਸੀਐਮ ਦੀ ਅਗਵਾਈ ਦੇ ਵਿੱਚ ਕੈਬਨਿਟ ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ ਜਿਹਦੇ ਵਿੱਚ ਦੋ ਡਿਪਟੀ ਸੀਐਮ ਸਾਹਿਬ ਨੇ ਸ਼ਿਰਕਤ ਕੀਤੀ ਤੇ ਵੱਡੇ ਤੇ ਅਹਿਮ ਫੈਸਲੇ ਲਿੱਤੇ ਗਏ। ਸੋ ਲੋਕਾਂ ਨੂੰ ਰਾਹਤ ਦੇਣ ਦੀ ਗੱਲ ਕੀਤੀ ਗਈ, ਨਾਲ ਦੀ ਨਾਲ ਮੁਲਾਜ਼ਮਾਂ ਨੂੰ ਰਾਹਤ ਦੇਣ ਦੀ ਗੱਲ ਕੀਤੀ ਗਈ ਹੈ। ਇਸ ਤੋਂ ਇਲਾਵਾ ਗੱਲਬਾਤ ਕਰਾਂਗੇ ਸੁਖਜਿੰਦਰ ਸਿੰਘ ਰੰਧਾਵਾ ਦੇ ਉਸ ਵੱਡੇ ਬਿਆਨ ਦੀ ਜੋ ਉਹਨਾਂ ਨੇ ਨਸ਼ੇ ਦੇ ਸੌਦਾਗਰਾਂ ਨੂੰ ਲੈ ਕੇ ਲਿੱਤੇ, ਤੇ ਨਾਲ ਹੀ ਗੱਲਬਾਤ ਕਰਾਂਗੇ ਮੰਤਰੀ ਮੰਡਲ ਦੇ ਵਿਸਥਾਰ ਦੀ ਤੇ ਮੰਤਰੀ ਮੰਡਲ ਦੇ ਵਿੱਚ ਹੋਣ ਵਾਲੇ ਫੇਰ ਬਦਲ ਦੀ। ਸੋ ਇਹਨਾਂ ਸਾਰੀਆਂ ਗੱਲਾਂ ਤੇ ਗੱਲਬਾਤ ਕਰਨ ਲਈ ਮੇਰੇ ਨਾਲ ਜੁੜੇ ਹੋਏ ਨੇ ਪ੍ਰੋਫੈਸਰ ਮਨਜੀਤ ਸਿੰਘ ਅਣਖੀ। ਸਭ ਤੋਂ ਪਹਿਲਾਂ ਸਵਾਗਤ ਕਰਾਂਗੇ। ਅਣਖੀ ਸਾਹਿਬ ਸਵਾਗਤ ਹੈ ਜੀ। ਬਹੁਤ ਬਹੁਤ ਸ਼ੁਕਰੀਆ ਜੀ। ਸੋ ਅਣਖੀ ਸਾਹਿਬ ਕੱਲ ਪੰਜਾਬ ਕੈਬਨਿਟ ਦੀ ਮੀਟਿੰਗ ਹੋਈ ਸੀ ਜਿਸ ਦੇ ਵਿੱਚ ਨਵੇਂ ਸੀਐਮ ਚਰਨਜੀਤ ਸਿੰਘ ਚੰਨੀ ਤੇ ਦੋ ਡਿਪਟੀ ਸੀਐਮਾਂ ਨੇ ਸ਼ਿਰਕਤ ਕੀਤੀ। ਚਾਹੇ ਇਹ ਤਿੰਨ ਬੰਦੇ ਕੱਲ ਮੀਟਿੰਗ ਦੇ ਵਿੱਚ ਸੀ ਕਿਉਂਕਿ ਅਜੇ ਕੈਬਨਿਟ ਦਾ ਵਿਸਥਾਰ ਨਹੀਂ ਹੋਇਆ, ਲੇਕਿਨ ਕੱਲ ਬਹੁਤ ਵੱਡੇ ਅਹਿਮ ਫੈਸਲੇ ਲਏ ਗਏ ਨੇ ਜਿਨ੍ਹਾਂ ਵਿੱਚ ਆਮ ਲੋਕਾਂ ਨੂੰ ਰਾਹਤ ਦੇਣ ਦੀ ਗੱਲ ਕੀਤੀ ਗਈ ਹੈ, ਮਾਈਨਿੰਗ ਦੇ ਉੱਪਰ ਨਕੇਲ ਕਸਣ ਦੀ ਗੱਲ ਕੀਤੀ ਗਈ ਹੈ। ਸੋ ਸਭ ਤੋਂ ਪਹਿਲਾਂ ਇਹਨਾਂ ਤੋਂ ਪਹਿਲਾਂ ਇੱਕ ਬਹੁਤ ਵੱਡੇ ਤੇ ਅਹਿਮ ਗੱਲਬਾਤ ਲਈ ਮੈਂ ਗੁਜ਼ਾਰਿਸ਼ ਕਰਾਂਗਾ ਤੁਹਾਨੂੰ, ਕਿਉਂਕਿ ਫੇਰ ਬਦਲ ਹੋਣ ਜਾ ਰਿਹਾ ਹੈਗਾ, ਕਿਉਂਕਿ ਵਿਸਥਾਰ ਵੀ ਹੋਣਾ, ਵਿਸਥਾਰ ਦੇ ਨਾਲ ਨਾਲ ਇੱਕ ਵੱਡਾ ਫੇਰ ਬਦਲ ਹੋਣ ਦੀ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਨੇ, ਚਰਚਾਵਾਂ ਨੇ। ਕੁਝ ਮੰਤਰੀਆਂ ਦੀ ਛਾਂਟੀ ਹੋਣ ਦੀ ਗੱਲ ਵੀ ਕਹੀ ਜਾ ਰਹੀ ਹੈ। ਉਸ ਦੇ ਤਹਿਤ ਅੱਜ ਸਾਡੇ ਨਵੇਂ ਨਿਯੁਕਤ ਸੀਐਮ ਤੇ ਡਿਪਟੀ ਸੀਐਮ ਦਿੱਲੀ ਜਾਣ ਲਈ ਰਵਾਨਾ ਹੋਣਗੇ ਕੁਝ ਹੀ ਪਲਾਂ ਤੋਂ ਬਾਅਦ। ਸੋ ਤੁਸੀਂ ਕਿਵੇਂ ਦੇਖ ਰਹੇ ਹੋ ਕਿ ਜੋ ਇਹ ਵਿਸਥਾਰ ਹੋਏਗਾ ਕੈਬਨਿਟ ਦੇ ਵਿੱਚ, ਇਸ ਦੇ ਵਿੱਚ ਕਿਹੜੇ ਮੰਤਰੀਆਂ ਦੀ ਛੁੱਟੀ ਲਗਭਗ ਤੈਅ ਆ? ਦੇਖੋ ਮਾਨ ਸਾਹਿਬ, ਜਿਹੜੀ ਨਵੀਂ ਚਰਨਜੀਤ ਸਿੰਘ ਚੰਨੀ ਦੀ ਸੀਐਮ ਜਾਂ ਮੁੱਖ ਮੰਤਰੀਸ਼ਿਪ ਦੇ ਥੱਲੇ ਕੈਬਨਿਟ ਦਾ ਜਿਹੜੀ ਬਣੀ ਹੈ ਜਾਂ ਜਿਸ ਕੈਬਨਿਟ ਦਾ ਵਿਸਤਾਰ ਹੋਣਾ, ਉਸ ਕੈਬਨਿਟ ਦੇ ਵਿੱਚ ਜਿਹੜੇ ਹੁਣ ਨਵੇਂ ਮੰਤਰੀ ਸ਼ਾਮਲ ਕੀਤੇ ਜਾਣਗੇ ਵਿਧਾਇਕ ਜਿਹੜੇ ਮੰਤਰੀਆਂ ਦੇ ਰੂਪ ਦੇ ਵਿੱਚ, ਇਹਨਾਂ ਦੇ ਵਿੱਚ ਖਾਸ ਤੌਰ 'ਤੇ ਤਾਂ ਸਭ ਤੋਂ ਮਹੱਤਵਪੂਰਨ ਗੱਲ ਅਸੀਂ ਇਹੋ ਹੀ ਕਹਿ ਸਕਦੇ ਕਿ ਉਹੋ ਹੀ ਮੰਤਰੀ ਉਹ ਵਿਧਾਇਕ ਹੀ ਸ਼ਾਮਲ ਹੋਣਗੇ ਜਿਨ੍ਹਾਂ ਨੂੰ ਨਵਜੋਤ ਸਿੰਘ ਸਿੱਧੂ ਦਾ ਆਸ਼ੀਰਵਾਦ, ਨਵਜੋਤ ਸਿੰਘ ਸਿੱਧੂ ਦੇ ਧੜੇ ਨਾਲ ਸੰਬੰਧਿਤ, ਜਾਂ ਅਸੀਂ ਇਹ ਕਹਿ ਸਕਦੇ ਕਿ ਉਸ ਖੇਮੇ ਦੇ ਜਿਹੜੇ ਵਿਧਾਇਕ ਨੇ ਉਹਨਾਂ ਦੀ ਜਿਹੜੀ ਜ਼ਿਆਦਾ ਸ਼ਮੂਲੀਅਤ ਜਿਹੜੀ ਆ ਉਹ ਕੁਦਰਤੀ ਤੌਰ 'ਤੇ ਇਸ ਕੈਬਨਿਟ ਦੇ ਵਿੱਚ ਹੋਵੇਗੀ। ਔਰ ਉਹਦੇ ਨਾਲ ਹੀ ਨਾਲ ਇੱਕ ਗੱਲ ਅਸੀਂ ਇਹ ਕਹਿ ਦਈਏ ਕਿ ਜਿਹੜੀ ਛੁੱਟੀ ਦੀ ਗੱਲ ਕਰ ਰਹੇ ਕਿ ਇਹਨਾਂ ਵਿੱਚੋਂ ਕਿਹੜੇ ਜਿਹੜੇ ਮੰਤਰੀ ਨੇ ਜਿਹੜੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਵਿੱਚ ਮੰਤਰੀ ਸਨ, ਤਾਂ ਉਹਨਾਂ ਵਿੱਚੋਂ ਕਿਹਨਾਂ ਦੀ ਛੁੱਟੀ ਹੋ ਸਕਦੀ ਹੈ। ਤਾਂ ਉਹਨਾਂ ਦੇ ਵਿੱਚੋਂ 3-4 ਨਾਮ ਜਿਹੜੇ ਨੇ ਉਹ ਬੜੇ ਉੱਭਰ ਕੇ ਸਾਹਮਣੇ ਆ ਰਹੇ ਨੇ ਯਕੀਨਨ ਤੌਰ 'ਤੇ, ਜਿਨ੍ਹਾਂ ਵਿੱਚ ਸਾਧੂ ਸਿੰਘ ਧਰਮਸੋਤ ਹੈ, ਗੁਰਪ੍ਰੀਤ ਸਿੰਘ ਕਾਂਗੜ ਹੈ, ਰਾਣਾ ਸੋਢੀ ਹੈ, ਜਾਂ ਇਹੋ ਜਿਹੇ ਮੰਤਰੀ ਇੱਕ ਦੋ ਹੋਰ ਜਿਹੜੇ ਨੇ ਉਹਨਾਂ ਦੇ ਨਾਮ ਜਿਹੜੇ ਨੇ ਉਹ ਕਿਹਾ ਜਾ ਸਕਦੇ ਨੇ, ਕਿਉਂਕਿ ਇਹਨਾਂ ਬੰਦਿਆਂ ਦਾ ਜਿਹੜਾ ਕਾਰਜਕਾਲ ਦੌਰਾਨ ਇਹਨਾਂ ਬੰਦਿਆਂ ਤੇ ਵੀ ਜਿਹੜੀ ਇਲਜ਼ਾਮ ਫਰੋਸ਼ੀ ਹੁੰਦੀ ਰਹੀ ਹੈ। ਜਿਵੇਂ ਸਾਧੂ ਸਿੰਘ ਧਰਮਸੋਤ ਕੁਝ ਮਾਮਲਿਆਂ ਦੇ ਵਿੱਚ ਫਸਦਾ ਰਿਹਾ, ਈਵਨ ਕਿ ਗੁਰਪ੍ਰੀਤ ਕਾਂਗੜ ਨੇ ਜਦੋਂ ਆਪਣੇ ਬੇਟੇ ਦੀ ਨਿਯੁਕਤੀ ਜਵਾਈ ਦੀ ਨਿਯੁਕਤੀ ਕਰਾਈ ਆ, ਕਾਂਗੜ ਵੀ ਉਸ ਵੇਲੇ ਵੀ ਸਵਾਲਾਂ ਦੇ ਘੇਰੇ ਵਿੱਚ ਆ ਗਏ। ਇਸ ਤੋਂ ਇਲਾਵਾ ਨਾਲ ਹੀ ਨਾਲ ਅਗਰ ਵੇਖਿਆ ਜਾਵੇ ਤਾਂ ਜਿਹੜੇ ਖਾਸ ਤੌਰ 'ਤੇ ਕੈਪਟਨ ਧੜੇ ਦੇ ਵਫਾਦਾਰ ਨੇ ਰਾਣਾ ਸੋਢੀ ਜਿਹੜੇ ਨੇ ਉਹ ਖਾਸਮ ਉਹਨਾਂ ਦੇ ਮੰਨੇ ਜਾ ਰਹੇ ਨੇ। ਤਾਂ ਕੁਦਰਤੀ ਤੌਰ 'ਤੇ ਬ੍ਰਹਮ ਮਹਿੰਦਰਾ ਜਿਵੇਂ ਸੀ, ਬ੍ਰਹਮ ਮਹਿੰਦਰਾ ਦਾ ਕੱਲ੍ਹ ਨਾਮ ਡਿਪਟੀ ਸੀਐਮ ਤੋਂ ਬਣਦੇ ਆ ਉਹ ਨਹੀਂ ਉੱਥੋਂ ਤੱਕ ਪਹੁੰਚ ਸਕੇ। ਸੋ ਕਹਿਣ ਦਾ ਅਰਥ ਆ ਕਿ ਇਸ ਜਿਹੜਾ ਨਵਾਂ ਮੰਤਰੀ ਮੰਡਲ ਹੋਵੇਗਾ ਇਹਨਾਂ ਦੇ ਵਿੱਚੋਂ ਇਹ ਗੱਲ ਤਾਂ ਪੱਕੀ ਹੈ ਕਿ ਕੈਪਟਨ ਧੜੇ ਦੇ ਜਿਹੜੇ ਖਾਸ ਜਿਹੜੇ 4-5 ਮੰਤਰੀ ਸੀ ਉਹਨਾਂ ਦੀ ਛੁੱਟੀ ਯਕੀਨਨ ਤੈਅ ਹੈਗੀ ਹੈ। ਪਰ ਇਹ ਵੀ ਆਪਾਂ ਨਹੀਂ ਕਹਿ ਸਕਦੇ ਕਿ ਪੂਰਨ ਤੌਰ 'ਤੇ ਕੈਪਟਨ ਧੜੇ ਨੂੰ ਨਜ਼ਰ ਅੰਦਾਜ਼ ਕਰ ਦਿੱਤਾ ਜਾਵੇ। ਇੱਕ ਦੋ ਮੰਤਰੀ ਜਿਹੜੇ ਨੇ ਉਹ ਜ਼ਰੂਰ ਸ਼ਾਮਲ ਕੀਤੇ ਜਾਣਗੇ ਕੈਪਟਨ ਧੜੇ ਦੇ ਜਿਹੜੇ ਵਿਧਾਇਕ ਨੇ, ਜਿਸ ਤਰ੍ਹਾਂ ਕੱਲ੍ਹ ਓਪੀ ਸੋਨੀ ਕੈਪਟਨ ਦੀ ਵਿਚਾਰਤ ਦੇ ਵਿੱਚ ਸਿੱਖਿਆ ਮੰਤਰੀ ਸਨ, ਪਰ ਉਹਨਾਂ ਨੂੰ ਜਿਸ ਤਰੀਕੇ ਦੇ ਨਾਲ ਇੱਕ ਡਿਪਟੀ ਸੀਐਮ ਦਾ ਅਹੁਦਾ ਦੇ ਕੇ ਇਹਦੇ ਵਿੱਚ ਐਡਜਸਟ ਕੀਤਾ ਗਿਆ, ਤਾਂ ਉਹ ਆਪਣੇ ਆਪ ਵਿੱਚ ਇੱਕ ਮਿਸਾਲ ਆ ਕਿ ਕੈਪਟਨ ਅਮਰਿੰਦਰ ਸਿੰਘ ਹੋਣਾ ਦੇ ਧੜੇ ਨੂੰ ਜਿਹੜੀ ਯੋਗ ਨੁਮਾਇੰਦਗੀ ਉਹ ਮਿਲ ਸਕਦੀ ਹੈ, ਪਰ ਮਿਲੇਗੀ ਉਹੀ ਜਿਨ੍ਹਾਂ ਨੂੰ ਨਵਜੋਤ ਸਿੱਧੂ ਦਾ ਧੜਾ ਜਾਂ ਖੇਮਾ ਪ੍ਰਵਾਨਗੀ ਜਿਹੜਾ ਦੇਵੇਗਾ। ਬਾਕੀ ਮਾਨ ਸਾਹਿਬ, ਤੁਹਾਨੂੰ ਮੈਂ ਇੱਕ ਗੱਲ ਦੱਸ ਦੇਵਾਂ ਕਿ ਜਿਸ ਤਰੀਕੇ ਨਾਲ ਅਸੀਂ ਕਹਿ ਰਹੇ ਹਾਂ ਕਿ ਕੈਬਨਿਟ ਦਾ ਵਿਸਤਾਰ ਹੋ ਸਕਦਾ, ਸ਼ਾਮ ਤੱਕ ਹੋ ਸਕਦਾ, ਇੰਨੀ ਜਲਦੀ ਕੈਬਨਿਟ ਦਾ ਵਿਸਤਾਰ ਨਹੀਂ ਜੇ ਹੋਣਾ, 1-2 ਦਿਨ ਜ਼ਰੂਰ ਲੱਗ ਸਕਦੇ ਆ। ਕਿਉਂਕਿ ਤੁਸੀਂ ਇਹ ਦੇਖੋ ਕਿ ਜੇਕਰ ਇੱਕ ਮੁੱਖ ਮੰਤਰੀ ਚੁਣਨ ਲੱਗਿਆ 2 ਦਿਨ ਲੱਗ ਗਏ, ਸਵੇਰੇ ਮੁੱਖ ਮੰਤਰੀ ਹੋਰ ਸੀ, ਦੁਪਹਿਰੇ ਮੁੱਖ ਮੰਤਰੀ ਕੋਈ ਹੋਰ ਆਇਆ, ਸ਼ਾਮ ਨੂੰ ਕੋਈ ਹੋਰ ਆਇਆ, ਤੇ ਅਗਲੇ ਦਿਨ ਜਦੋਂ ਸਹੁੰ ਚੁੱਕੀ ਉਹ ਮੁੱਖ ਮੰਤਰੀ ਹੋਰ ਸੀ। ਤਾਂ ਜੇਕਰ ਇੱਕ ਸਧਾਰਨ ਮੁੱਖ ਮੰਤਰੀ ਨੂੰ ਚੁਣਨ ਲੱਗਿਆ ਕਾਂਗਰਸ ਹਾਈਕਮਾਨ ਨੂੰ ਸਿਰ ਠੋਕ ਕੇ ਮੰਥਨ ਜਿਹੜਾ ਕਰਨਾ ਪੈਂਦਾ, ਮੱਥਾਪਚੀ ਕਰਨੀ ਪੈਂਦੀ ਆ, ਤਾਂ ਫਿਰ ਉਹ ਕੈਬਨਿਟ ਜਿਹਦੇ ਵਿੱਚ ਤੁਸੀਂ ਘੱਟ ਤੋਂ ਘੱਟ 15 ਮੰਤਰੀ ਸ਼ਾਮਲ ਕਰਦੇ ਆ, ਉਹ ਏਡੀ ਜਲਦੀ ਹੋਣਾ ਨਹੀਂ ਆ। ਕਿਹਦਾ ਨਾਂ ਪ੍ਰਵਾਨਗੀ, ਕਿਹਦੀ ਵਫਾਦਾਰੀ ਤੋਲੀ ਜਾਣੀ ਹੈ, ਕਿਸ ਤਰੀਕੇ ਨਾਲ
ਗੱਲ ਹੋਣੀ ਹੈ, ਇਹ ਸਾਰੀਆਂ ਗੱਲਾਂ ਨੂੰ ਆਧਾਰ ਬਣਾ ਕੇ ਹੀ ਜਿਹੜਾ ਪੰਜਾਬ ਕੈਬਨਿਟ ਦਾ ਜਿਹੜਾ ਵਿਸਤਾਰ ਕੀਤਾ ਜਾਵੇਗਾ। ਈਵਨ ਕਿ ਇੱਥੋਂ ਤੱਕ ਵੀ ਪਤਾ ਲੱਗਾ ਸੂਤਰਾਂ ਤੋਂ ਜਿਹੜੀ ਸਾਨੂੰ ਜਾਣਕਾਰੀ ਮਿਲ ਰਹੀ ਆ, ਹਾਲਾਂਕਿ ਤ੍ਰਿਪਤ ਰਜਿੰਦਰ ਸਿੰਘ ਬਾਜਵੇ ਦਾ ਨਾਮ ਹੀ ਅਸੀਂ ਮਤਲਬ ਕੁਝ ਪਤਾ ਲੱਗਾ ਕਿ ਉਹ ਵੀ ਹੋ ਸਕਦਾ ਕਿ ਮੰਤਰੀ ਮੰਡਲ 'ਚੋਂ ਉਹਨਾਂ ਨੂੰ ਵੀ ਛੁੱਟੀ ਕਰ ਦਿੱਤੀ ਜਾਵੇ। ਇਹ ਜਸਟ ਇੱਕ ਅਫਵਾਹ, ਕਿਉਂਕਿ ਉਹਨਾਂ ਦੇ ਸੰਬੰਧੀ ਵੀ ਕੁਝ ਇਸ ਤਰ੍ਹਾਂ ਦੇ ਜਿਹੜੇ ਇਸ਼ੂ ਨੇ ਕ੍ਰੀਏਟ ਹੋ ਰਹੇ ਨੇ। ਇਹ ਅਕਸਰ ਇਹ ਪਹਿਲਾਂ ਕਹਿ ਰਹੀ ਕਿ ਪੂਰੀਆਂ ਅਫਵਾਹਾਂ ਨੇ, ਕਿਉਂਕਿ ਪਿਛਲੇ ਦੌਰ 'ਚ ਅਗਰ ਵੇਖਿਆ ਜਾਵੇ ਤਾਂ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਜੇਕਰ ਝੰਡਾ ਚੁੱਕਣ ਵਾਲਿਆਂ ਦੇ ਵਿੱਚ ਕੋਈ ਮੰਤਰੀ ਸੀ ਤਾਂ ਉਹ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸੁਖਜਿੰਦਰ ਸਿੰਘ ਦਾ ਦਾਵਾ ਚਰਨਜੀਤ ਸਿੰਘ ਚੰਨੀ ਸੀ। ਸੋ ਜੇਕਰ ਅਸੀਂ ਇਸ ਆਧਾਰ ਤੇ ਗੱਲ ਵੇਖੀਏ ਤਾਂ ਫਿਰ ਇਹ ਸੋਚਿਆ ਨਹੀਂ ਜਾ ਸਕਦਾ ਕਿ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵਰਗੇ ਬੰਦੇ ਨੂੰ ਕੈਬਨਿਟ ਦੇ ਵਿੱਚੋਂ ਬਾਹਰ ਦਾ ਰਸਤਾ ਵਿਖਾਇਆ ਜਾ ਸਕਦਾ। ਇਹ ਜਸਟ ਅਫਵਾਹਾਂ ਨੇ। ਮੈਂ ਕਹਿੰਦਾ ਅਸਲ ਕਿ ਅਸਲੀ ਸਥਿਤੀ ਤਾਂ ਉਦੋਂ ਹੀ ਸਾਹਮਣੇ ਆਊਗੀ ਜਦੋਂ ਦਿੱਲੀ ਤੋਂ ਪ੍ਰਵਾਨਗੀ ਜਿਹੜੀ ਮਿਲਦੀ ਹੈ ਕਿ ਕਿਹੜਾ ਬੰਦਾ ਇਸ ਵਿੱਚ ਸ਼ਾਮਲ ਹੋਏਗਾ ਜਾਂ ਕਿਹੜਾ ਨਹੀਂ। ਪਰ ਹਾਂ, ਇਸ ਕੈਬਨਿਟ ਦੇ ਵਿੱਚੋਂ ਜਿਹੜੇ ਬੰਦੇ ਬਾਹਰ ਜਾਣਗੇ ਉਹ ਬੁਨਿਆਦੀ ਰੂਪ ਦੇ ਵਿੱਚ ਉਹ ਵਿਅਕਤੀ ਹੋਣਗੇ ਜਿਹੜੇ ਕੈਪਟਨ ਅਮਰਿੰਦਰ ਸਿੰਘ ਦੇ ਧੜੇ ਦੇ ਹੋਣਗੇ, ਜਿਨ੍ਹਾਂ ਵਿੱਚ ਆਪਾਂ ਨਾਮ ਚੜ੍ਹੇ ਆ। ਸ਼ਾਮ ਸੁੰਦਰ ਅਰੋੜਾ ਦਾ ਨਾਮ ਰਹਿ ਗਿਆ ਸੀ, ਉਹ ਵੀ ਹੋ ਸਕਦੇ ਆ। ਸਾਧੂ ਸਿੰਘ ਧਰਮਸੋਤਾ ਯਕੀਨਨ ਤੌਰ ਤੇ, ਗੁਰਪ੍ਰੀਤ ਕਾਂਗੜ, ਇਹ ਉਹ ਮੰਤਰੀ ਨੇ ਰਾਣਾ ਸੋਢੀ ਜਿਹੜੇ ਪੱਕੇ ਅਸੀਂ ਕਹਿ ਸਕਦੇ ਕਿ ਜਾਣਗੇ। ਪਰ ਇਹਦੇ ਨਾਲ ਮਾਨ ਸਾਹਿਬ ਇੱਕ ਗੱਲ ਹੋਰ ਅਸੀਂ ਆਪਣੇ ਦਰਸ਼ਕਾਂ ਨੂੰ ਦੱਸਣੀ ਚਾਹਾਂਗੇ ਕਿ ਕੈਪਟਨ ਅਮਰਿੰਦਰ ਸਿੰਘ ਹੋਣਾ ਵੱਲੋਂ ਕੱਲ੍ਹ ਇੱਕ ਸਟੇਟਮੈਂਟ ਆਈ ਸੀ ਕਿ ਜਦੋਂ ਕੈਬਨਿਟ ਦਾ ਵਿਸਤਾਰ ਹੋਵੇ ਤੇ ਮੇਰੇ ਧੜੇ ਦੀ ਅਣਦੇਖੀ ਜਿਹੜੀ ਆ ਨਾ ਕੀਤੀ ਜਾਵੇ, ਕਿਉਂਕਿ ਇਸ ਗੱਲ ਨੂੰ ਕੈਪਟਨ ਅਮਰਿੰਦਰ ਸਿੰਘ ਹੋਣੀ ਵੀ ਮਹਿਸੂਸ ਕਰਦੇ ਆ ਕਿ ਹੁਣ ਜਿਹੜਾ ਉਹਨਾਂ ਦੇ ਹੱਥ ਕਮਾਨ ਜਿਹੜੀ ਆ ਨਹੀਂ ਰਹਿ ਗਈ ਤਾਂ ਉਹਨਾਂ ਦੇ ਖੇਮੇ ਦੇ ਮੰਤਰੀਆਂ ਨੂੰ ਝਟਕਾ ਜਿਹੜਾ ਉਹ ਜ਼ਰੂਰ ਦਿੱਤਾ ਜਾ ਸਕਦਾ। ਸੋ ਇਹੋ ਜਿਹੀਆਂ ਸੰਦਰਭਾਂ ਦੇ ਵਿੱਚ ਅਸੀਂ ਕਹਿ ਸਕਦੇ ਜੋ ਪ੍ਰਸੰਗ ਇਸ ਵੇਲੇ ਚੱਲਦਾ ਪਿਆ ਕਿ ਕੱਲ੍ਹ ਤੱਕ ਜਾਂ ਅੱਜ ਸ਼ਾਮ ਤੱਕ ਘੱਟੋ ਘੱਟ ਇੱਕ ਸੂਚੀ ਜਿਹੜੀ ਆ ਉਹ ਜ਼ਰੂਰ ਸਾਹਮਣੇ ਆ ਜਾਵੇਗੀ ਕਿ ਕਾਂਗਰਸ ਹਾਈਕਮਾਨ ਕਿਹਨਾਂ ਮੰਤਰੀਆਂ ਨੂੰ ਜਾਂ ਕਿਹਨਾਂ ਵਿਧਾਇਕਾਂ ਨੂੰ ਮੰਤਰੀਆਂ ਦੇ ਰੂਪ ਦੇ ਵਿੱਚ ਦੇ ਕੇ ਚਰਨਜੀਤ ਸਿੰਘ ਚੰਨੀ ਦੀ ਕੈਬਨਿਟ ਦਾ ਹਿੱਸਾ ਉਹ ਬਣਾਉਂਦੇ ਨੇ। ਪਰ ਇਹ ਹੁਣ ਜਲਦੀ ਇਹਨਾਂ ਦੇ ਸੰਬੰਧੀ ਜਿਹੜਾ ਕੰਮ ਕਰਨਾ ਪਏਗਾ, ਕਿਉਂਕਿ ਟਾਈਮ ਜਿਹੜਾ ਹੈ ਉਹ ਚੰਨੀ ਸਰਕਾਰ ਕੋਲ ਬਹੁਤ ਥੋੜ੍ਹਾ ਹੈ। ਕੇਵਲ 4 ਮਹੀਨੇ ਜਿਹੜੇ ਬਚਦੇ ਨੇ ਤੇ 4 ਮਹੀਨਿਆਂ 'ਚ ਕੰਮ ਜਿਹੜੇ ਨੇ ਬਹੁਤ ਜ਼ਿਆਦਾ ਕਰਨ ਵਾਲੇ ਪਏ ਨੇ। ਤਾਂ ਸਾਰੀਆਂ ਸਥਿਤੀਆਂ ਦੇ ਵਿੱਚ ਕਾਂਗਰਸ ਹਾਈਕਮਾਨ ਨੂੰ ਜਿਹੜਾ ਉਹ ਫੈਸਲਾ ਲੈਣਾ ਪਵੇਗਾ। ਇਹਦੇ ਨਾਲ ਹੀ ਨਾਲ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਕਿ ਪਲੇਠੀ ਜਿਹੜੀ ਕੈਬਨਿਟ ਦੀ ਮੀਟਿੰਗ ਜਿਹੜੀ ਰਾਤੀ ਹੋਈ ਹੈ, ਤਾਂ ਉਸ ਕੈਬਨਿਟ ਦੀ ਪਲੇਠੀ ਮੀਟਿੰਗ, ਜਦੋਂ ਵੀ ਕਿਸੇ ਕੈਬਨਿਟ ਦੀ ਪਲੇਠੀ ਮੀਟਿੰਗ ਹੁੰਦੀ ਉਹ ਬੜੀ ਇਤਿਹਾਸਕ ਪਹਿਲੀ ਮੀਟਿੰਗ ਖਾਸ ਤੌਰ ਤੇ ਜਿਹੜੀ ਹੋਈ। ਤੇ ਹਾਲਾਂਕਿ ਅਜੇ ਤੱਕ ਤਾਂ ਕੈਬਨਿਟ ਦਾ ਜਿਹੜਾ ਵਿਸਤਾਰ ਆ ਉਹ ਨਹੀਂ ਹੋਇਆ, ਪਰ ਦੋ ਜਿਹੜੇ ਡਿਪਟੀ CM ਸੀ ਉਹ ਪੰਜਾਬ ਦੇ ਨਵ ਨਿਯੁਕਤ ਮੁੱਖ ਮੰਤਰੀ ਨਾਲ ਬੈਠ ਕੇ ਉਹਨਾਂ ਨੇ ਰਾਤੀ ਜਿਹੜੀ ਇੱਕ ਲੰਬੀ ਮੀਟਿੰਗ ਜਿਹੜੀ ਉਹ ਕੀਤੀ। 8 ਵਜੇ ਤੋਂ ਮੀਟਿੰਗ ਸਟਾਰਟ ਹੋਈ ਔਰ ਘੱਟ ਤੋਂ ਘੱਟ ਉਹ 10 ਵਜੇ ਤੱਕ 10:30 ਤੱਕ ਉਹ ਮੀਟਿੰਗ ਚੱਲਦੀ ਰਹੀ, ਜਿਨ੍ਹਾਂ ਦੇ ਵਿੱਚ ਬੜੇ ਮਹੱਤਵਪੂਰਨ ਜਿਹੜੇ ਫੈਸਲੇ ਆ ਉਹ ਲਏ ਗਏ। ਕਿਉਂਕਿ ਨਵਜੋਤ ਸਿੱਧੂ ਨੇ ਪਹਿਲਾਂ ਹੀ ਇਹ ਗੱਲ ਕਹਿ ਦਿੱਤੀ ਸੀ ਕਿ ਜਿਹੜੀ ਇਹ ਕੈਬਨਿਟ ਹੋਗੀ, ਜਿਹੜੇ 5 ਨੁਕਾਤੀ ਪ੍ਰੋਗਰਾਮ ਆ ਉਹਨਾਂ ਦੇ ਵਿੱਚ ਮਾਫ ਕਰਨਾ ਕਿ ਉਹਨਾਂ ਦੇ ਵਿੱਚ ਅਸੀਂ ਕਾਫੀ ਮਸਲੇ 5 ਨੁਕਾਤੀ ਪ੍ਰੋਗਰਾਮ ਦੇ ਜਿਹੜੇ ਮਸਲੇ ਆ ਉਹ ਪਹਿਲੀ ਕੈਬਨਿਟ ਦੇ ਵਿੱਚ ਹੀ ਹੱਲ ਕਰਦੇ ਜਾਣਗੇ। ਤਾਂ ਉਸੇ ਤਰੀਕੇ ਨਾਲ ਜੇ ਕੁਝ ਗੱਲਾਂ ਜਿਸ ਤਰ੍ਹਾਂ ਆਈਆਂ ਨੇ, ਆਉਂਦੇ ਹੀ ਨੋਟੀਫਿਕੇਸ਼ਨ 15% ਤਨਖਾਹ ਜਿਹੜੀ ਆ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੀ ਵਧਾ ਦਿੱਤੀ ਗਈ ਹੈ, ਉਹ ਵੀ ਇੱਕ ਮਹੱਤਵਪੂਰਨ ਹੈ। ਜਿਸ ਤਰ੍ਹਾਂ ਦੂਜਾ ਕੈਬਨਿਟ 'ਚ ਫੈਸਲਾ ਲਿਆ ਗਿਆ ਕਿ ਬਿੱਲ ਜਿਹੜੇ ਮਾਫ ਕਰ ਦਿੱਤੇ ਗਏ ਨੇ 31 ਅਗਸਤ ਤੱਕ ਗਰੀਬ ਲੋਕਾਂ ਦੇ ਪਾਣੀ ਦੇ ਔਰ ਬਿਜਲੀ ਦੇ। ਔਰ ਤੀਜਾ ਫੈਸਲਾ ਜਿਹੜਾ ਰੇਤ ਜਿਹੜੀ ਪੰਜਾਬ ਦੇ ਵਿੱਚ ਫ੍ਰੀ ਹੋਵੇਗੀ। ਤਾਂ ਹੁਣ ਤੱਕ ਤਾਂ ਰੇਤ ਦੇ ਦੁਆਲੇ ਹੀ ਸਿਆਸਤ ਜਿਹੜੀ ਹੁੰਦੀ ਰਹੀ ਹੈ, ਚਾਹੇ ਕੈਪਟਨ ਸਰਕਾਰ ਹੋਵੇ ਜਾਂ ਉਸ ਤੋਂ ਪਿਛਲੀ ਬਾਦਲ ਸਰਕਾਰ। ਤਾਂ ਉਹ ਖੱਡਾਂ ਜਿਹੜੀਆਂ ਸੀ ਸਾਰੀਆਂ, ਜਿਸ ਤਰੀਕੇ ਨਾਲ ਮਾਈਨਿੰਗ ਦਾ ਮੁੱਦਾ ਛਾਇਆ ਰਿਹਾ, ਰੇਤ ਮਾਈਨਿੰਗ ਦਾ ਮੁੱਦਾ, ਔਰ ਉਹਦੇ ਵਿੱਚ ਕਦੇ ਬਿਕਰਮਜੀਤ ਸਿੰਘ ਮਜੀਠੀਆ, ਕਦੇ ਕਿਸੇ ਦਾ ਨਾਮ ਚ ਲੱਗਦੇ ਰਹੇ। ਔਰ ਈਵਨ ਕਿ ਹੁਣ ਵੀ ਜਦੋਂ ਕੈਪਟਨ ਸਰਕਾਰ ਆਈ ਉਹਦੇ ਵਿੱਚ ਵੀ ਜਿਹੜੇ ਕੈਪਟਨ ਸਰਕਾਰ ਦੇ ਜਿਹੜੇ ਚਹੇਤੇ ਮੰਤਰੀ ਸਨ ਉਹਨਾਂ ਦੇ ਨਾਮ ਜਿਹੜੇ ਉਹ ਵੱਜਦੇ ਰਹੇ। ਤਾਂ ਇਹ ਚੰਨੀ ਸਰਕਾਰ ਦਾ ਪਹਿਲਾ ਕਦਮ ਜਿਹੜਾ ਹੈ, ਬੜਾ ਫੈਸਲਾ, ਲੋਕ ਹਿੱਤਾਂ ਵਾਲਾ ਫੈਸਲਾ, ਕਿਉਂਕਿ ਗਰੀਬ ਲੋਕ ਨੇ ਆਪਣਾ ਘਰ ਬਣਾਉਣਾ ਤੇ ਘਰ ਜੇ ਬਣਾਉਣ ਲੱਗੇ ਇੱਕ ਰੇਤ ਜਿਹੜੀ ਹੈ, ਇੱਕ ਅਸੀਂ ਕਹਿ ਦਿੰਦੇ ਮਾਮੂਲੀ ਹੈ, ਪਰ ਜਦੋਂ ਸੋਨੇ ਦੇ ਭਾਅ ਰੇਤ ਪੰਜਾਬ 'ਚ ਪਿਛਲੇ ਦੌਰ 'ਚ ਵਿਕੀ ਹੈ ਤਾਂ ਉਹ ਬੰਦੇ ਦਾ ਸੁਪਨਾ ਹੀ ਜਿਹੜਾ ਘਰ ਬਣਾਉਣ ਦਾ ਰਹਿ ਜਾਂਦਾ, ਜਿਸ ਦੇ ਸਿਰ ਤੇ ਛਾਤੀ ਨਾ ਹੋਵੇ। ਤਾਂ ਉਸ ਬੰਦੇ ਦੇ ਸੁਪਨਿਆਂ ਦੀ ਗੱਲ ਕਿਹਨੇ ਕਰਦੀ ਹੈ? ਚੰਨੀ ਸਰਕਾਰ ਦਾ ਇਹ ਫੈਸਲਾ ਜਿਹੜਾ ਕਿ ਪੰਜਾਬ ਦੇ ਵਿੱਚ ਰੇਤਾ ਹੁਣ ਜਿਹੜਾ ਮੁਫਤ ਮਿਲੇਗਾ ਜਾਂ ਇਸ ਦੀ ਮਾਈਨਿੰਗ ਜਿਹੜੀ ਉਹ ਰੁਕੀ ਜਾ, ਮਤਲਬ ਜੋ ਵੀ ਉਹਨਾਂ ਨੇ ਗੱਲ ਕੀਤੀ ਰੇਤ ਦੇ ਸੰਦਰਭ ਵਿੱਚ, ਉਸ ਦਾ ਸਵਾਗਤ ਕਰਨਾ ਜਿਹੜਾ ਉਹ ਬਣਦਾ ਹੈਗਾ। ਬਾਕੀ ਜਿਸ ਤਰ੍ਹਾਂ ਨਸ਼ਿਆਂ ਦੀ ਉਹਨਾਂ ਨੇ ਗੱਲ ਕੀਤੀ, ਉਹ ਤਾਂ 5 ਨੁਕਾਤੀ ਪ੍ਰੋਗਰਾਮ ਦੇ ਵਿੱਚ ਹੈ ਹੀ ਹੈ, ਉਹ ਮੁੱਦੇ ਹਨ ਹੀ ਹਨ। ਪਰ ਜੋ ਉਹਨਾਂ ਨੇ ਇਤਿਹਾਸਕ ਫੈਸਲੇ ਅਸੀਂ ਕਹਿ ਸਕਦੇ ਕਿ ਸਟਾਰਟ ਦੇ ਵਿੱਚ ਆਉਂਦੇ ਆ 15% ਸਰਕਾਰੀ ਮੁਲਾਜ਼ਮਾਂ ਦੀ ਤਨਖਾਹ ਦੇ ਵਿੱਚ ਵਾਧਾ ਕਰਦਾ, ਉਹਦੇ ਨਾਲ ਹੀ ਨਾਲ ਰੇਤ ਮਾਈਨਿੰਗ ਦਾ ਜਾਂ ਨਸ਼ੇ ਦਾ ਲੱਕ ਤੋੜਨਾ, ਜਿਸ ਤਰ੍ਹਾਂ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਆ, ਉਹ ਕਾਫੀ ਮਹੱਤਵਪੂਰਨ ਫੈਸਲੇ ਨੇ ਜਿਹੜੇ ਪੰਜਾਬ ਦੀ ਕੈਬਨਿਟ ਦੁਆਰਾ ਆਪਣੀ ਪਲੇਠੀ ਕੈਬਨਿਟ ਮੀਟਿੰਗ ਦੇ ਵਿੱਚ ਲੈ ਗਏ ਨੇ।
ਜੀ। ਅਣਖੀ ਸਾਹਿਬ ਜਿਵੇਂ ਤੁਸੀਂ ਦੱਸਿਆ ਵੀ 15% ਤਨਖਾਹ ਵੀ ਵਧਾ ਦਿੱਤੀ ਗਈ ਹੈ, ਮੁਲਾਜ਼ਮਾਂ ਨੂੰ ਖੁਸ਼ ਕਰਨ ਦਾ ਇੱਕ ਤਰੀਕਾ ਲੱਭਿਆ ਗਿਆ, ਕਿਉਂਕਿ ਲੰਮੇ ਟਾਈਮ ਤੋਂ ਜੋ ਜਥੇਬੰਦੀਆਂ ਨੇ, ਮੁਲਾਜ਼ਮ ਜਥੇਬੰਦੀਆਂ ਨੇ, ਉਹ ਘਿਰਾਓ ਕਰਦੀਆਂ ਨਜ਼ਰ ਆਈਆਂ ਸੀ ਕੈਪਟਨ ਸਰਕਾਰ ਦਾ। ਤੇ ਇਸ ਦੇ ਨਾਲ ਇਹਨਾਂ ਨੇ 32,000 ਇੱਕ ਅਨਾਉਂਸ ਕੀਤਾ ਅੱਜ ਕੱਲ੍ਹ ਕੈਬਨਿਟ ਦੇ ਵਿੱਚ, ਇੱਕ ਫੈਸਲਾ ਲਿਆ ਵੀ 32,000 ਅਸੀਂ ਬੇਘਰਾਂ ਨੂੰ ਘਰ ਦੇਵਾਂਗੇ, 32,000 ਨਵੇਂ ਘਰ ਬਣਾਏ ਜਾਣਗੇ। ਕਿ ਜਿਹੜੇ ਫੈਸਲੇ ਨੇ ਇਹ ਫੈਸਲੇ ਲਾਗੂ ਕਰ ਸਕਣਗੇ 4 ਮਹੀਨੇ ਦੇ ਵਿੱਚ, ਕਿਉਂਕਿ 4.5 ਸਾਲ ਸਰਕਾਰ ਦੇ ਵਿੱਚ ਇਹ ਰੇੜਕਾ ਚੱਲਦਾ ਰਿਹਾ, ਕਿਸਾਨ ਜਥੇਬੰਦੀਆਂ ਹੋਣ ਜਾਂ ਫਿਰ ਮੁਲਾਜ਼ਮ ਜਥੇਬੰਦੀਆਂ ਹੋਣ, ਕੋਈ ਫੈਸਲਾ ਹੀ ਨਿਕਲ ਸਕਿਆ ਸੀ, ਜਿਸ ਦੇ ਕਾਰਨ ਵੱਡੇ ਵੱਡੇ ਧਰਨੇ ਪ੍ਰਦਰਸ਼ਨ ਮੁਲਾਜ਼ਮਾਂ ਵੱਲੋਂ ਵੀ ਹੁੰਦੇ ਨੇ, ਜਿਸ ਦੇ ਕਾਰਨ ਆਮ ਲੋਕ ਪ੍ਰਭਾਵਿਤ ਹੁੰਦੇ ਰਹੇ ਨੇ। ਕਿਉਂਕਿ ਮੁਲਾਜ਼ਮਾਂ ਦੀ ਜਥੇਬੰਦੀਆਂ ਜਦੋਂ ਸਟ੍ਰਾਈਕ ਤੇ ਸੀ ਤਾਂ ਆਮ ਲੋਕਾਂ ਦਾ ਬਹੁਤ ਬੁਰਾ ਹਾਲ ਹੋਇਆ ਸੀ, ਦਫ਼ਤਰ ਬੰਦ ਸੀਗੇ। ਕੀ ਤੁਹਾਨੂੰ ਲੱਗਦਾ, ਕਿਉਂਕਿ ਤਕਰੀਬਨ ਇਹਨਾਂ ਕੋਲ 3-3.5 ਮਹੀਨੇ ਨੇਗੇ ਸੀਐਮ ਕੋਲੇ, ਨਵੇਂ ਸੀਐਮ ਕੋਲੇ, ਚੰਨੀ ਕੋਲੇ, ਕਿ ਜਿਹੜੇ ਇਹ ਫੈਸਲੇ ਨੇ 3.5 ਮਹੀਨੇ 'ਚ ਲਾਗੂ ਕਰ ਦੇਣਗੇ? ਦੇਖੋ ਮਾਨ ਸਾਹਿਬ, ਗੱਲ ਸਮੇਂ ਦੀ ਨਹੀਂ ਹੁੰਦੀ। ਸਮਾਂ ਤਾਂ ਹਮੇਸ਼ਾ ਕਦੇ ਵੀ ਕਿਸੇ ਕੋਲ ਨਹੀਂ ਹੁੰਦਾ। ਸਮਾਂ ਕਦੀ ਕਿਸੇ ਦੀ ਮਰਜ਼ੀ ਅਨੁਸਾਰ ਨਹੀਂ ਚੱਲਦਾ। ਸਮੇਂ ਨੇ ਆਪਣੀ ਰਫ਼ਤਾਰ ਨਾਲ ਚੱਲਣਾ ਹੁੰਦਾ। ਜਿਹੜੀ ਗੱਲ ਆ ਉਹ ਤੁਹਾਡੀ ਇੱਛਾ ਸ਼ਕਤੀ ਤੇ ਡਿਪੈਂਡ ਕਰਦੀ ਹੈ। ਇੱਛਾ ਸ਼ਕਤੀ ਤੁਹਾਡੀ ਨਿਰਭਰ ਕਰਦੀ ਹੈ ਕਿ ਤੁਹਾਡੀ ਇੱਛਾ ਕੀ ਉਹਨਾਂ ਮਸਲਿਆਂ ਨੂੰ, ਲੋਕ ਮੁੱਦਿਆਂ ਨੂੰ ਹੱਲ ਕਰਨ ਵੱਲ ਹੈਗੀ ਹੈ ਜਾਂ ਨਹੀਂ ਹੈਗੀ। ਤੁਹਾਡੀ ਇੱਛਾ ਸ਼ਕਤੀ ਜੇਕਰ ਮਜ਼ਬੂਤ ਆ ਤਾਂ ਤੁਸੀਂ ਇੱਕ ਦਿਨ 'ਚ ਵੀ ਕਈ ਫੈਸਲੇ ਕਰ ਸਕਦੇ ਜੀ। ਜਿਸ ਤਰ੍ਹਾਂ ਚਲੋ ਉਹ, ਹਾਲਾਂਕਿ ਉਹ ਇਸ ਵਿਸ਼ੇ ਦੇ ਨਾਲ ਸੰਬੰਧਿਤ ਨਹੀਂ ਆ, ਪਰ ਗੱਲ ਕਰਦੀ ਬਣ ਜਾਂਦੀ ਹੈ ਕਿ ਬੰਦਾ ਜੋ ਕੰਮ ਕਰਦਾ ਧਾਰ ਹੀ ਦੇ ਤਾਂ ਕਿਸ ਤਰੀਕੇ ਨਾਲ ਧਾਰ ਸਕਦਾ। ਪਿੱਛੇ ਜੇ ਇੱਕ ਬੜੀ ਮਸ਼ਹੂਰ ਫਿਲਮ ਨਾਇਕ ਆਈ ਸੀ, ਤਾਂ ਜਿਹਦੇ ਵਿੱਚ ਅਨਿਲ ਕਪੂਰ ਇੱਕ ਦਿਨ ਦਾ ਉਹ ਦਾ ਤਾਂ ਇੱਕ ਦਿਨ ਦਾ ਮੁੱਖ ਮੰਤਰੀ ਬਣਨ ਤੋਂ ਬਾਅਦ ਜਿਸ ਤਰੀਕੇ ਨਾਲ ਉਹ ਕੰਮਾਂ ਦੀ ਹਨੇਰੀ ਲਿਆਉਂਦਾ, ਉਹ ਵੀ ਇੱਕ ਮਿਸਾਲ ਸੀ। ਇੱਥੇ ਤੱਕ ਫਿਰ ਵੀ 4 ਮਹੀਨੇ, 3.5 ਮਹੀਨੇ ਜਾਂ 4 ਮਹੀਨੇ ਪਏ ਨੇ। ਇਹ ਗੱਲ ਜੋ ਨਿਰਭਰ ਕਰਦੀ ਹੈ ਇਹ ਸਰਕਾਰ ਦੀ ਇੱਛਾ ਸ਼ਕਤੀ ਤੇ, ਜਾਂ ਸਰਕਾਰ ਦਾ ਜਿਹੜਾ ਮੁਖੀਆ ਉਹਦੇ ਤੇ ਨਿਰਭਰ ਕਰਦੀ ਹੈ ਕਿ ਉਹਦੀ ਇੱਛਾ ਸ਼ਕਤੀ ਕਿੱਥੋਂ ਤੱਕ ਆ। ਕਿ ਜਿਹੜੇ ਵਾਅਦੇ ਹੋਏ ਸੀ ਉਹ ਕੈਪਟਨ ਅਮਰਿੰਦਰ ਸਿੰਘ ਦੇ ਵਾਅਦੇ ਸੀ ਜਾਂ ਚਰਨਜੀਤ ਸਿੰਘ ਚੰਨੀ ਦੇ, ਉਹ ਵਾਅਦੇ ਕਾਂਗਰਸ ਪਾਰਟੀ ਦੇ ਵੱਲੋਂ ਹੋਈ। ਤਾਂ ਕਾਂਗਰਸ ਪਾਰਟੀ ਦੀ ਨੁਮਾਇੰਦਗੀ ਉਸ ਵੇਲੇ ਚਰਨਜੀਤ ਸਿੰਘ ਚੰਨੀ ਕਰਦਾ ਸੀ, ਸੁਨੀਲ ਜਾਖੜ ਕਰਦਾ ਸੀ, ਪ੍ਰਤਾਪ ਸਿੰਘ ਬਾਜਵਾ ਕਰਦਾ ਸੀ। ਤਾਂ ਜਿਸ ਵਕਤ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਦੀ ਸਹੁੰ ਖਾਧੀ ਸੀ, ਉਹ ਸਟੇਜ ਤੇ ਸੁਖਜਿੰਦਰ ਸਿੰਘ ਦਾ ਦਾਵਾ ਵੀ ਸੀ, ਕੁਸ਼ਲਦੀਪ ਢਿੱਲੋਂ ਵੀ ਸੀ, ਕਈ ਬੰਦੇ ਇਹੋ ਜਿਹੇ ਸ਼ਾਮਲ ਸਨ। ਕਹਿਣ ਦਾ ਅਰਥ ਆ ਕਿ ਇਹ ਜ਼ਿੰਮੇਵਾਰੀ ਕੇਵਲ ਇੱਕ ਬੰਦੇ ਦੀ ਨਹੀਂ ਹੈ, ਇਹ ਕਾਂਗਰਸ ਪਾਰਟੀ ਦੀ ਹੈ। ਠੀਕ ਆ, ਕੈਪਟਨ ਅਮਰਿੰਦਰ ਸਿੰਘ ਹੁਣੀ ਅਸਤੀਫਾ ਦੇ ਕੇ ਲਾਂਭੇ ਹੋ ਗਏ ਨੇ, ਹੁਣ ਜ਼ਿੰਮੇਵਾਰੀ ਇੱਕ ਨਵੀਂ ਟੀਮ ਦੀ ਹੈ। ਤਾਂ ਉਹ ਨਵੀਂ ਟੀਮ ਕਿਸ ਤਰੀਕੇ ਨਾਲ ਇਸ ਥੋੜੇ ਟਾਈਮ 'ਚ ਆਪਣੀ ਜ਼ਿੰਮੇਵਾਰੀ ਨੂੰ ਨਿਭਾਉਂਦੀ ਹੈ ਜਾਂ ਨਹੀਂ ਨਿਭਾਉਂਦੀ, ਪ੍ਰਸ਼ਨ ਇਹਦੇ ਤੇ ਪੈਦਾ ਹੁੰਦਾ। ਜੇਕਰ ਟੀਮ ਨੇ ਕੰਮ ਕਰਨਾ ਤਾਂ ਉਹਨਾਂ ਵਾਸਤੇ ਸਮਾਂ ਕੋਈ ਖਾਸ ਗੱਲ ਨਹੀਂ, ਇੱਕ ਵੱਡੀ ਰੁਕਾਵਟ ਨਹੀਂ ਆ। ਗੱਲ ਮੈਂ ਜਿਸ ਤਰ੍ਹਾਂ ਗੱਲ ਕੀਤੀ, ਗੱਲ ਤੁਹਾਡੀ ਇੱਛਾ ਸ਼ਕਤੀ ਤੇ ਨਿਰਭਰ ਕਰਦੀ ਕਿ ਤੁਸੀਂ ਕਿਸ ਹੱਦ ਤੱਕ ਇਹਨਾਂ ਮਸਲਿਆਂ ਨੂੰ ਹੱਲ ਕਰਨਾ ਚਾਹੁੰਦੇ ਜੇ। ਕੀ ਇਹ ਮਸਲੇ ਤੁਸੀਂ ਇਸ ਤਰੀਕੇ ਨਾਲ ਹੱਲ ਕਰਨਾ ਚਾਹੁੰਦੇ ਜੇ ਕਿ ਵੇਖੋ ਕੈਪਟਨ ਸਾਹਿਬ ਕੋਲ ਟਾਈਮ ਸੀ ਤਾਂ ਉਹਨਾਂ ਨੇ ਜਾਣ ਬੁੱਝ ਕੇ ਨਹੀਂ ਮਸਲਾ ਹੱਲ ਕੀਤਾ, ਤੇ ਸਾਡੇ ਕੋਲ ਇੰਨਾ ਸਮਾਂ ਆਇਆ ਤੇ ਅਸੀਂ ਨਹੀਂ ਕਰ ਸਕਦੇ। ਤਾਂ ਜਾਂ ਇਹ ਹੋ ਸਕਦਾ ਕਿ ਇਹ ਬੰਦੇ ਇਹੋ ਜਿਹਾ ਇਹਨਾਂ 4 ਮਹੀਨਿਆਂ 'ਚ ਇਹੋ ਜਿਹੇ ਫੈਸਲੇ, ਲੋਕ ਪੱਖੀ ਫੈਸਲੇ ਲੈ ਜਾਣ ਤਾਂ ਜੋ ਇਹ ਕਹਿ ਸਕਣ ਕਿ ਦੇਖੋ, ਜੇਕਰ ਕੈਪਟਨ ਅਮਰਿੰਦਰ ਸਿੰਘ ਨੂੰ ਕਾਂਗਰਸ ਹਾਈ ਕਮਾਂਡ ਨੇ ਇਸ ਮੁੱਖ ਮੰਤਰੀਸ਼ਿਪ ਤੋਂ ਲਾਂਭੇ ਕੀਤਾ ਤਾਂ ਉਹਨਾਂ ਦੀ ਕਾਰਜਸ਼ੈਲੀ ਕਰਕੇ ਕੀਤਾ। ਉਹਨਾਂ ਕੋਲ ਇੰਨੇ ਟਾਈਮ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਕੱਖ ਨਹੀਂ ਕੀਤਾ। ਤਾਂ ਸਾਡੇ ਕੋਲ 4 ਮਹੀਨੇ ਸੀ, ਅਸੀਂ ਵੇਖੋ ਇਹ ਕੰਮ ਜਿਹੜੇ ਆ ਕਰ ਦਿੱਤੇ। ਸੋ ਗੱਲ ਜਿਹੜੀ ਨਿਰਭਰ ਆ ਉਹ ਇਹਨਾਂ ਦੀ ਇੱਛਾ ਸ਼ਕਤੀ ਤੇ ਹੈ, ਇਸ ਟੀਮ ਦੀ ਨਿਰਭਰ। ਸਮਾਂ ਕੋਈ ਵੀ ਚੀਜ਼ ਕਦੇ ਨਾ ਸਮਾਂ ਕਿਸੇ ਦੀ ਮਰਜ਼ੀ ਦੇ ਨਾਲ ਅਨੁਸਾਰ ਚੱਲਿਆ ਤਾਂ ਨਾ ਕਿਸੇ ਦੀ ਮਰਜ਼ੀ ਅਨੁਸਾਰ ਉਹ ਰੁਕਦਾ ਹੈ। ਮਤਲਬ ਭਾਈ ਵੀਰ ਸਿੰਘ ਦੀ ਕਵਿਤਾ ਬੜੀ ਮਸ਼ਹੂਰ ਕਵਿਤਾ ਹੈ, ਇਸ ਬੰਦੇ ਸਮੇਂ ਪਰ ਰਹੀ ਤਰੀਕ ਸਮੇਂ ਖਿਸਕਾਈ ਕੰਨੀ। ਸਮਾਂ ਕਵਿਤਾ ਹੈ ਕਿ ਉਹ ਸਮੇਂ ਨੂੰ ਰੋਕਣ ਵਾਸਤੇ ਯਤਨ ਕਰਦਾ ਪਰ ਸਮਾਂ ਰੁਕਦਾ ਨਹੀਂ ਹੈ। ਸੋ ਕਹਿਣ ਦਾ ਅਰਥ ਹੈ ਕਿ ਸਮਾਂ ਥੋੜਾ ਆ ਜਾਂ ਬਹੁਤ ਆਇਆ, ਗੱਲ ਤੁਹਾਡੀ ਆਪਣੀ ਜ਼ਿੰਮੇਵਾਰੀ ਦੀ, ਤੁਹਾਡੀ ਆਪਣੀ ਇੱਛਾ ਸ਼ਕਤੀ ਦੀ, ਤੁਹਾਡੀ ਆਪਣੀ ਨੀਅਤ ਦੀ, ਉਹਦੇ ਤੇ ਨਿਰਭਰ ਕਰਦੀ ਕਿ ਤੁਸੀਂ ਕਿੱਥੋਂ ਤੱਕ ਸਮਰੱਥ ਜੇ ਜਾਂ ਕਿੱਥੋਂ ਤੱਕ ਤੁਸੀਂ ਸਮਰੱਥ ਨਹੀਂ। ਸੋ ਇਹਨਾਂ ਨੂੰ ਕਰਨਾ ਕਹਿਣ ਦਾ ਮਤਲਬ ਪਹਿਲਾਂ ਜੋ ਕੈਪਟਨ ਦੀ ਸਰਕਾਰ ਸੀ ਉਹਨਾਂ ਦੀ ਨੀਅਤ ਨਹੀਂ ਸੀ, ਕਿਉਂਕਿ ਜਿਵੇਂ ਤੁਸੀਂ ਗੱਲ ਕੀਤੀ ਹੈ ਵੀ ਜਦੋਂ ਉਹਨਾਂ ਨੇ ਹੱਥ ਵਿੱਚ ਗੁਟਕਾ ਸਾਹਿਬ ਲੈ ਕੇ ਸਹੁੰ ਖਾਧੀ ਸੀ ਨਸ਼ੇ ਨੂੰ ਖਤਮ ਕਰਨ ਦੀ, ਕੈਪਟਨ ਅਮਰਿੰਦਰ ਸਿੰਘ ਨੇ, ਸੁਖਜਿੰਦਰ ਰੰਧਾਵਾ ਉਹਨਾਂ ਦੇ ਨਾਲ ਸੀ, ਉਹਨਾਂ ਦੇ ਖਾਸਮ ਖਾਸ ਸੀ। ਤੇ ਉਹੀ ਸੁਖਜਿੰਦਰ ਸਿੰਘ ਰੰਧਾਵਾ ਦਾ ਇੱਕ ਵੱਡਾ ਬਿਆਨ ਆ ਰਿਹਾ ਹੈ ਵੀ ਜਿੰਨੇ ਵੀ ਨਸ਼ੇ ਦੇ ਵਪਾਰੀ ਨੇ ਅਸੀਂ ਉਹਨਾਂ ਨੂੰ ਬੜੀ ਛੇਤੀ ਟੰਗਾਂਗੇ। ਸਭ ਤੋਂ ਪਹਿਲ ਦੇ ਆਧਾਰ ਤੇ ਅਸੀਂ ਬਰਗਾੜੀ ਦਾ ਜੋ ਕਾਂਡ ਹੋਇਆ ਸੀ ਉਹਦੇ ਦੋਸ਼ੀਆਂ ਨੂੰ ਸਜ਼ਾ ਦਿਵਾਵਾਂਗੇ। ਜਦੋਂ ਕਿ ਸਭ ਨੂੰ ਪਤਾ ਹੈ, ਚਾਹੇ ਥੋੜੇ ਟਾਈਮ ਤੋਂ ਤਲਖੀ ਆ ਗਈ ਸੀ ਦੋਹਾਂ ਦੇ ਵਿੱਚ, ਚਾਹੇ ਕੈਪਟਨ ਅਮਰਿੰਦਰ ਦੀ ਗੱਲ ਕਰੀਏ, ਸੁਖਜਿੰਦਰ ਰੰਧਾਵਾ ਦੀ ਗੱਲ ਕਰੀਏ, ਲੇਕਿਨ ਕਿਸੇ ਟਾਈਮ ਜਦੋਂ ਸਰਕਾਰ ਬਣੀ ਸੀ 2017 ਦੇ ਵਿੱਚ ਤਾਂ ਸੁਖਜਿੰਦਰ ਸਿੰਘ ਰੰਧਾਵਾ ਕੈਪਟਨ ਅਮਰਿੰਦਰ ਸਿੰਘ ਦੇ ਖਾਸਮ ਖਾਸ ਸੀ। ਉਦੋਂ ਉਹਨਾਂ ਨੇ ਨਸ਼ੇ ਦੀ ਗੱਲ ਕਿਉਂ ਨਹੀਂ ਕੀਤੀ, ਉਦੋਂ ਉਹਨਾਂ ਨੇ ਬਰਗਾੜੀ ਕਾਂਡ ਦੀ ਗੱਲ ਕਿਉਂ ਨਹੀਂ ਕੀਤੀ, ਜਦੋਂ ਕਿ ਅੱਜ ਉਹਨਾਂ ਦਾ ਬਹੁਤ ਵੱਡਾ ਬਿਆਨ ਆ ਰਿਹਾ ਹੈ ਵੀ ਅਸੀਂ ਸਭ ਤੋਂ ਪਹਿਲ ਦੇ ਆਧਾਰ ਤੇ ਬਰਗਾੜੀ ਕਾਂਡ ਦੀ ਗੱਲ ਕਰਾਂਗੇ ਤੇ ਜਿੰਨੇ ਵੀ ਨਸ਼ੇ ਦੇ ਸੌਦਾਗਰ ਨੇ ਅਸੀਂ ਉਹਨਾਂ ਨੂੰ ਟੰਗਾਂਗੇ। ਨਾਲ ਹੀ ਨਾਲ ਉਹਨਾਂ ਨੇ ਗੱਲ ਕੀਤੀ ਹੈ ਵੀ ਜਿਹੜਾ ਟਰਾਂਸਪੋਰਟ ਦਾ ਕੰਮ ਸੀਗਾ, ਜਿਹਦੇ ਵਿੱਚੋਂ ਕਿ ਜਿੱਤ ਵੀ ਚੁੱਕੇ ਨੇ ਸੁਪਰੀਮ ਕੋਰਟ ਦੇ ਵਿੱਚੋਂ, ਟਰਾਂਸਪੋਰਟ ਮਹਿਕਮੇ ਬਾਰੇ ਵੀ ਗੱਲ ਕਰਦੇ ਨਜ਼ਰ ਆਏ ਨੇ। ਇਹ 4.5 ਸਾਲ ਚੁੱਪ ਕਿਉਂ ਰਹੇ ਨੇ?
ਜੀ, ਜੀ। ਗੱਲ ਤਾਂ ਮਾਨ ਸਾਹਿਬ ਤੁਸੀਂ ਖੁਦ ਹੀ ਸਵਾਲ ਦਾ ਜਿਹੜਾ ਜਵਾਬ ਦੇ ਦਿੱਤਾ ਕਿ ਸਾਢੇ 4 ਸਾਲ ਦੌਰਾਨ ਇਹੋ ਹੀ ਮਸਲਿਆਂ ਨੂੰ ਲੈ ਕੇ ਇਹਨਾਂ ਨੂੰ ਜਿਹੜੀ ਕਾਂਗਰਸ ਪਾਰਟੀ ਸੀ ਉਹ ਸੱਤਾ ਦੇ ਵਿੱਚ ਆਈ ਸੀ। ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਇਹ ਵਾਅਦੇ ਦਾਅਵੇ ਕੀਤੇ ਸਨ, ਪਰ ਸਥਿਤੀਆਂ ਸਾਢੇ 4 ਸਾਲ ਦੌਰਾਨ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਜੇਕਰ ਇੱਕ ਵੀ ਇਹੋ ਜਿਹੇ ਲੋਕ ਪੱਖੀ ਫੈਸਲੇ ਦੇ ਹੁੰਦੇ, ਬਰਗਾੜੀ ਦਾ ਮੋਰਚਾ, ਬਰਗਾੜੀ ਸੰਬੰਧੀ ਬੇਅਦਬੀ ਕਾਂਡ ਜਾਂ ਨਸ਼ੇ ਦਾ ਮੁੱਦਾ, ਜਿਨ੍ਹਾਂ ਦੇ ਮੁੱਦਿਆਂ ਦੇ ਆਲੇ ਦੁਆਲੇ ਪੰਜਾਬ ਦੀ ਸਿਆਸਤ ਜਿਹੜੀ ਘੁੰਮਦੀ ਰਹੀ ਹੈ, ਉਹਨਾਂ ਮੁੱਦਿਆਂ ਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਕੋਈ ਵੀ ਕੰਮ ਜਿਹੜਾ ਬੀਤੇ ਸਾਢੇ 4 ਸਾਲਾਂ ਦੌਰਾਨ ਨਹੀਂ ਗਿਆ, ਤੇ ਜੇ ਹੋਇਆ ਹੁੰਦਾ ਤਾਂ ਘੱਟੋ ਘੱਟ ਜਿਹੜੇ ਦਿਨ ਅੱਜ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਦੇਖਣੇ ਪਿਆ ਨਾ ਦੇਖਣੇ ਪੈਂਦੇ। ਤੁਸੀਂ ਕਿਹਾ ਕਿ ਸੁਖਜਿੰਦਰ ਸਿੰਘ ਰੰਧਾਵਾ ਉਸ ਟੀਮ ਦੇ ਹਿੱਸਾ ਸਨ, ਬਿਲਕੁਲ ਹਿੱਸਾ ਸਨ। ਤਰਜਿੰਦਰ ਸਿੰਘ ਬਾਜਵਾ ਵੀ ਉਸ ਟੀਮ ਦਾ ਹਿੱਸਾ ਸਨ। ਔਰ ਸਮੇਂ-ਸਮੇਂ ਤੇ ਜਿਸ ਤਰ੍ਹਾਂ ਇਹ ਕਹਿੰਦੇ ਆ ਕਿ ਸਾਨੂੰ ਅਸੀਂ ਮੰਗਾਂ ਠਾਉਂਦੇ ਰਹੇ, ਪਰ ਕੈਪਟਨ ਅਮਰਿੰਦਰ ਸਿੰਘ ਹਮੇਸ਼ਾ ਇਸ ਗੱਲ ਨੂੰ ਨਜ਼ਰ ਅੰਦਾਜ਼ ਕਰਦੇ ਰਹੇ। ਜੇਕਰ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਇਸ ਮੁੱਦੇ ਨੂੰ ਪਹਿਲ ਦੇ ਦਾਅ ਤੇ ਨਜਿੱਠਿਆ ਹੁੰਦਾ ਕਿ ਨਸ਼ੇ ਦਾ ਨੱਕ ਤੋੜਿਆ ਹੁੰਦਾ, ਕਹਿੰਦੇ ਕਿ ਨਸ਼ੇ ਦਾ ਨੱਕ ਤੋੜ ਦਿਆਂਗਾ, ਇਹ ਕਰ ਦਾਂਗਾ, ਉਹ ਕਰ ਦਾਂਗਾ, ਪਰ ਕੀਤਾ ਕੁਝ ਵੀ ਨਹੀਂ, ਤਾਂ ਉਹਦਾ ਸੰਤਾਪ ਜਾਂ ਫਿਰ ਤਾਂ ਹੀ ਹੈ ਕਿ ਜਿਹੜਾ ਉਹਨਾਂ ਨੂੰ ਹੁਣ ਝੱਲਣਾ ਪੈ ਰਿਹਾ ਕਿ ਜੇਕਰ ਉਸ ਵਕਤ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੀ ਨੇਕ ਨੀਤੀ ਸਾਫ਼ ਹੁੰਦੀ, ਇਮਾਨਦਾਰੀ ਹੁੰਦੀ, ਜ਼ਿੰਮੇਵਾਰ ਆਪਣੀ ਸ਼ਖਸੀਅਤ ਦੇ ਰੂਪ 'ਚ ਹੁੰਦੇ, ਤਾਂ ਸ਼ਾਇਦ ਹਾਲਾਤ ਕੁਝ ਹੋਰ ਹੁੰਦੇ। ਜਿਹੜੀ ਜਿਸ ਤਰ੍ਹਾਂ ਅਸੀਂ ਗੱਲ ਕਰਦੇ ਹਾਂ ਕਿ ਇਹ ਜਿਹੜੀ SIT ਦੀਆਂ ਰਿਪੋਰਟਾਂ ਜਿਹੜੀਆਂ ਨੇ ਉੱਥੇ ਬੰਦ ਪਈਆਂ ਨੇ, ਬੜਾ ਕੁਝ ਉਸੇ ਤਰੀਕੇ ਨਾਲ ਸਾਢੇ 4 ਸਾਲਾਂ ਤੱਕ ਕਿਸੇ ਨੇ ਵੀ ਕੋਈ ਵੀ ਕੰਮ ਕਰਨ ਦਾ ਹੀਲਾ ਨਹੀਂ ਕੀਤਾ, ਨਾ ਅਫਸਰਸ਼ਾਹੀ ਨੇ, ਨਾ ਜਿਹੜੇ ਮੁੱਖ ਮੰਤਰੀ ਸਾਹਿਬ ਦੇ ਦਫ਼ਤਰ ਦੇ ਜਾਂ ਮੁੱਖ ਮੰਤਰੀ ਸਾਹਿਬ ਵੱਲੋਂ। ਤਾਂ ਪੂਰਨ ਤੌਰ ਤੇ ਜਿਹੜੀ ਸਰਕਾਰ ਆ ਸਾਢੇ 4 ਸਾਲ ਦੌਰਾਨ ਅਫਸਰਸ਼ਾਹੀ ਨੇ ਚਲਾਈ ਹੈ, ਲਾਲ ਫੀਤਾਸ਼ਾਹੀ ਨੇ ਚਲਾਈ ਹੈ, ਤੇ ਇਹ ਮੰਤਰੀ ਤਾਂ ਨਜ਼ਰ ਅੰਦਾਜ਼ ਹੁੰਦੇ ਰਹੇ। ਕੈਪਟਨ ਸੁਖਜਿੰਦਰ ਸਿੰਘ ਰੰਧਾਵੇ ਹੁਣੀ ਤਾਂ ਬਾਹਰ ਆਣ ਕੇ ਰੌਲਾ ਪਾਉਂਦੇ ਰਹੇ ਕਿ ਸਾਡੀ ਕੋਈ ਨਹੀਂ ਸੁਣਦਾ। ਇਹ ਤਾਂ ਜੱਗ ਜ਼ਾਹਿਰ ਆ, ਤਾਂ ਹੀ ਇਹ ਹਾਲਾਤ ਬਣੇ ਨੇ। ਬਾਕੀ ਹੁਣ ਅਫਸਰਸ਼ਾਹੀ ਬਦਲ ਰਹੀ ਹੈ, ਜਿਸ ਤਰੀਕੇ ਨਾਲ ਤੁਸੀਂ ਪ੍ਰਸ਼ਨ ਸਟਾਰਟ ਤੇ ਵੀ ਕੀਤਾ ਸੀ ਕਿ ਕੀ ਸਾਹਮਣੇ ਬਣਦਾ, ਤਾਂ ਉਹ ਵੇਖੋ ਕਿ ਆਉਣ ਵਾਲੇ ਦਿਨਾਂ 'ਚ ਕੀ ਹਾਲਾਤ ਬਣਦੇ ਨੇ। ਜੀ ਅਮਾਨ ਸਾਹਿਬ। ਸਰ ਲਾਸਟ ਦੇ ਵਿੱਚ ਮੈਂ ਤੁਹਾਡੇ ਤੋਂ ਇੱਕ ਸਵਾਲ ਜ਼ਰੂਰ ਜਾਣਨਾ ਚਾਹਾਂਗਾ। ਜਿਵੇਂ ਤੁਸੀਂ ਪ੍ਰੋਗਰਾਮ ਦੀ ਸਟਾਰਟਿੰਗ ਦੇ ਵਿੱਚ ਗੱਲ ਕਹੀ ਸੀ ਵੀ ਚਰਚਾਵਾਂ ਨੇ ਕੈਬਨਿਟ ਦੇ ਵਿੱਚੋਂ ਕੁਝ ਮੰਤਰੀਆਂ ਦੀ ਤੁਸੀਂ ਨਾਮ ਵੀ ਲਏ ਸੀ, ਉਹਨਾਂ ਦੀ ਛੁੱਟੀ ਹੋ ਸਕਦੀ ਹੈ, ਛਾਂਟੀ ਹੋ ਸਕਦੀ ਹੈ। ਇੱਕ ਚਰਚਾ ਹੋਰ ਬੜੀ ਤੇਜ਼ੀ ਨਾਲ ਉੱਭਰ ਕੇ ਸਾਹਮਣੇ ਆ ਰਹੀ ਹੈ ਵੀ DGP ਦਿਨਕਰ ਗੁਪਤਾ ਦੀ ਛਾਂਟੀ ਹੋ ਸਕਦੀ ਹੈ। ਜੇਕਰ DGP ਦਿਨਕਰ ਗੁਪਤਾ ਦੀ ਛਾਂਟੀ ਹੁੰਦੀ ਹੈ ਤੇ ਇਹਨਾਂ ਦੀ ਜਗ੍ਹਾ DGP ਕੌਣ ਆ ਸਕਦੇ ਨੇ? ਦੇਖੋ, ਦੋ ਅਹੁਦੇ ਜਿਹੜੇ ਹੁੰਦੇ ਨਾ ਸਰਕਾਰ ਵਿੱਚ ਬੜੇ ਮਹੱਤਵਪੂਰਨ ਹੁੰਦੇ ਆ। ਇੱਕ DCP ਦਾ, ਇੱਕ ਮੁੱਖ ਸਕੱਤਰ ਦਾ। ਤੇ ਜਿਹੜਾ ਮੁੱਖ ਸਕੱਤਰ ਔਰ DGP ਨੇ ਕੈਪਟਨ ਸਰਕਾਰ 'ਚ ਇੱਕੋ ਪਰਿਵਾਰ 'ਚ ਮੀਆਂ ਬੀਬੀ ਨੂੰ ਲਾਇਆ ਗਿਆ। ਪੰਜਾਬ ਦੇ DGP ਦਿਨਕਰ ਗੁਪਤਾ ਨੇ, ਉਹਨਾਂ ਦੀ ਵਾਈਫ ਵੀ ਨਹੀਂ ਮਹਾਜਨ ਮੁੱਖ ਸਕੱਤਰ ਨੇ। ਤਾਂ ਹਾਲਾਂਕਿ ਉਸ ਵੇਲੇ ਦਿਨਕਰ ਗੁਪਤਾ ਨੂੰ ਜਦੋਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਵੱਲੋਂ ਲਗਾਇਆ ਗਿਆ, ਤਾਂ ਕਈ ਜਿਹੜੇ DGP ਸੀ, ਜਿਹੜੇ ਲਾਈਨ ਸੀ, ਉਹਨਾਂ ਦੀ ਸਨਾਟੀ ਨੂੰ ਨਜ਼ਰ ਅੰਦਾਜ਼ ਕਰਕੇ ਉੱਥੋਂ ਤੱਕ ਲਿਜਾਇਆ ਗਿਆ। ਔਰ ਇਹ ਖਾਸ ਤੌਰ ਤੇ ਬਲੂ ਆਈਜ਼ਡ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਰਹੇ ਨੇ। ਤਾਂ ਉਦੋਂ ਵੀ ਬੜਾ ਵਾਰ ਉੱਠਿਆ ਪੰਜਾਬ ਦੇ ਲੋਕਾਂ ਨੇ ਜਾਂ ਕਾਂਗਰਸ ਪਾਰਟੀ ਦੇ ਵਿੱਚੋਂ ਹੀ ਕਿ ਇਹ ਜਿਹੜਾ ਇੱਕੋ ਪਰਿਵਾਰ ਨੂੰ ਜਿਹੜੇ ਦੋ ਮਹੱਤਵਪੂਰਨ ਅਹੁਦੇ ਆ ਜਾਂ ਇਹ ਨਹੀਂ ਦਿੱਤੇ ਜਾਣੇ ਚਾਹੀਦੇ, ਨਾ ਹੀ ਇਹ ਬਣਦਾ। ਪਰ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਕਾਰਜਸ਼ੈਲੀ ਇੱਦਾਂ ਦੀ ਹੈ ਕਿ ਉਹਨਾਂ 'ਤੇ ਕੋਈ ਵੀ ਪ੍ਰਸ਼ਨ ਚਿੰਨ੍ਹ ਜਿਹੜਾ ਉਹ ਕੋਈ ਨਹੀਂ ਉਠਾ ਸਕਦਾ, ਤੇ ਨਾ ਹੀ ਉਹਨਾਂ ਨੂੰ ਕੋਈ ਬੰਦਾ ਅੱਜ ਤੱਕ ਇਸ ਸੰਬੰਧੀ ਸਵਾਲ ਕਰ ਸਕਿਆ। ਹੁਣ ਜਦੋਂ ਕਿ ਸੱਤਾ ਬਦਲ ਗਈ ਹੈ, ਚਿਹਰੇ ਬਦਲ ਗਏ ਨੇ, ਮੁੱਖ ਮੰਤਰੀ ਬਦਲ ਗਏ ਨੇ, ਤਾਂ ਦਿਨਕਰ ਗੁਪਤਾ ਦਾ ਜਾਣਾ ਜਿਹੜਾ ਲਗਭਗ ਤੈਅ ਹੀ ਹੈ। ਬੇਸ਼ੱਕ ਕੱਲ੍ਹ ਉਹ ਗੁਲਦਸਤੇ ਲੈ ਕੇ ਮੀਆਂ ਬੀਬੀ ਦੋਵੇਂ ਚਰਨਜੀਤ ਸਿੰਘ ਚੰਨੀ ਨੂੰ ਆਪਣੀ ਸ਼ੁਭ ਇਸ਼ਾਰਾਤ ਦੇਣ ਭੇਟ ਕੀਤੇ। ਚਲੋ ਇੱਕ ਸ਼ਾਦੀ ਦਾ ਵੀ ਨਿਯਮ ਹੁੰਦਾ, ਪਰ ਜਿਸ ਤਰੀਕੇ ਨਾਲ ਪਿਛਲੇ ਹਾਲਾਤ ਆਪਾਂ ਵੇਖਦੇ ਹਾਂ, ਇਹਨਾਂ ਦਾ ਜਾਣਾ ਤੈਅ ਹੈ। ਔਰ ਨਵਾਂ DGP ਜਿਹੜੇ ਦੋ ਨਾਂ ਇਸ ਵੇਲੇ ਚਰਚਾ ਦੇ ਵਿੱਚ ਨੇ, ਜਿਹਨਾਂ ਦੇ ਵਿੱਚ ਸਰਦਾਰ ਚਟੋਪਾਧਿਆਏ ਨੇ ਔਰ ਦੂਜਾ ਇਕਬਾਲਪ੍ਰੀਤ ਸਿੰਘ ਸੋਹਤਾ ਨੇ। ਔਰ ਜਿਸ ਤਰ੍ਹਾਂ ਹਰਪ੍ਰੀਤ ਸਿੰਘ ਸੰਧੂ ਜਿਹੜੇ ਨੇ, ਉਹ ਜਿਹੜੇ ਉਹਨਾਂ ਨੂੰ ਪੰਜਾਬ ਵਿਜੀਲੈਂਸ ਦਾ ਵੀ ਕਹਿੰਦੇ ਆ ਕਿ ਉਹ ਮੁਖੀ ਜਿਹੜਾ ਲਗਾਉਣ ਦੀਆਂ ਚਰਚਾਵਾਂ ਨੇ। ਹੁਣ ਜਿਹੜੇ ਇਹ ਤਿੰਨ ਵਿਅਕਤੀ ਨੇ, ਸਰਦਾਰ ਚਟੋਪਾਧਿਆਏ, ਹਾਲਾਂਕਿ ਇਹਨਾਂ ਦਾ ਸਮਾਂ ਜਿਹੜਾ ਉਹ ਬਹੁਤ ਥੋੜ੍ਹਾ ਜਿਹੜਾ ਉਹ 4 ਮਹੀਨੇ ਰਹਿੰਦੇ ਨੇ, ਪਰ ਬੀਤੇ ਦੌਰ 'ਚ ਇਹਨਾਂ ਦੀ ਸਰਦਾਰ ਚਟੋਪਾਧਿਆਏ ਉਹਨਾਂ ਦੀ ਜਿਹੜੀ ਆਪਸੀ ਸੰਬੰਧ ਨੇ, ਉਹ ਅਸੀਂ ਕਹਿ ਸਕਦੇ ਹਾਂ ਕਿ ਕੈਪਟਨ ਅਮਰਿੰਦਰ ਸਿੰਘ ਦਾ ਜਿਹੜਾ ਵਿਰੋਧੀ ਧੜਾਈ ਉਹਨਾਂ ਨਾਲ ਕਾਫੀ ਬੈਠ ਰਹੇ ਨੇ, ਸੰਬੰਧ ਰਹੇ ਨੇ, ਸ਼ਾਇਦ ਉਹ ਸ਼ਾਮਲ ਨੇ। ਤੇ ਜੇਕਰ ਇਕਬਾਲਪ੍ਰੀਤ ਸਿੰਘ ਸੋਹਤੇ ਦੀ ਗੱਲ ਕਰੀਏ, ਤਾਂ ਸ਼ਾਇਦ ਜਿਸ ਤਰ੍ਹਾਂ ਕਾਂਗਰਸ ਹਾਈਕਮਾਨ ਨੇ ਚਰਨਜੀਤ ਸਿੰਘ ਚੰਨੀ ਨੂੰ ਇੱਕ ਦਲਿਤ ਚਿਹਰੇ ਨੂੰ ਇੱਕ ਮੁੱਖ ਮੰਤਰੀ ਲਾਇਆ, ਤਾਂ ਸ਼ਾਇਦ ਇਹ ਹੋ ਸਕਦਾ ਕਿ ਇੱਕ DGP ਵਰਗਾ ਜਿਹੜਾ ਮਹੱਤਵਪੂਰਨ ਅਹੁਦਾ ਆ, ਉਹਦੇ 'ਤੇ ਵੀ ਇੱਕ ਦਲਿਤ ਜਿਹੜਾ DGP ਆ ਉਸ ਨੂੰ ਲਗਾਇਆ ਜਾਵੇ। ਇੱਕ ਮੈਸੇਜ ਇਹ ਦਿੱਤਾ ਜਾਵੇ ਕਿ ਇਸ ਵੇਲੇ ਪੰਜਾਬ ਦੀ ਜਿਹੜੀ ਸਮੁੱਚੀ ਕਮਾਨ ਆ, ਚਾਹੇ ਜਿਹੜੀ ਅਫਸਰਸ਼ਾਹੀ ਦੀ ਹੈ, ਚਾਹੇ ਪ੍ਰਸ਼ਾਸਨਿਕ ਅਧਿਕਾਰੀ ਦੀ ਹੈ, ਜਾਂ ਇੱਕ ਲੋਕਤੰਤਰੀ ਡੈਮੋਕ੍ਰੇਟਿਕ ਇੱਕ ਮੁਖੀ ਦੀ ਹੈ, ਉਹ ਜੇ ਦਲਿਤ ਚਿਹਰੇ ਨੇ, ਤਾਂ ਇਕਬਾਲਪ੍ਰੀਤ ਸੋਹਤਾ ਔਰ ਸਰਦਾਰ ਚਟੋਪਾਧਿਆਏ ਦੇ ਜਿਹੜੇ ਦੋ ਨਾਮ ਨੇ, ਇਹ ਚਰਚਾਵਾਂ 'ਚ ਇਸ ਵੇਲੇ ਹਨ ਕਿ ਜਿਹੜੇ DGP ਦੀ ਦੌੜ 'ਚ ਸ਼ਾਮਲ ਨੇ। ਤਾਂ ਮੁੱਖ ਸਕੱਤਰ ਦਾ ਜਿਹੜਾ ਅਹੁਦਾ ਹੈਗਾ, ਉਹਦੇ ਸੰਬੰਧੀ ਵੀ ਕੁਝ ਨਾਮ ਜਿਹੜੇ ਨੇ ਉਹ ਵੇਖਣ ਨੂੰ ਮਿਲ ਸਕਦੇ ਨੇ। ਅਜੇ ਚਰਚਾਵਾਂ ਦਾ ਪ੍ਰਚਾਰ ਜਿਹੜਾ ਖਾਸ ਤੌਰ 'ਤੇ DGP
ਔਰ ਪੁਲਿਸ ਦੇ ਅਧਿਕਾਰੀਆਂ ਦੇ ਸੰਬੰਧੀ ਹੈ। ਆਉਂਦੇ ਕੁਝ ਦਿਨਾਂ 'ਚ ਪੁਲਿਸ ਦੀਆਂ ਜਿਹੜੀਆਂ SSP ਔਰ DSP ਦੀਆਂ ਬਦਲੀਆਂ ਵੀ ਜਿਹੜੀਆਂ ਬੜੇ ਵੱਡੇ ਪੱਧਰ ਤੇ ਪੰਜਾਬ ਦੇ ਵਿੱਚ ਵੇਖਣ ਨੂੰ ਮਿਲ ਸਕਦੀਆਂ, ਕਿਉਂਕਿ ਇਹੋ ਜਿਹੇ ਮਾਮਲੇ ਹਮੇਸ਼ਾ ਉੱਠਦੇ ਰਹੇ ਨੇ, ਇਹੋ ਜਿਹੀਆਂ ਸਥਿਤੀਆਂ ਹਮੇਸ਼ਾ ਵੱਧਦੀਆਂ ਰਹੀਆਂ ਨੇ। ਤਾਂ ਕੁਦਰਤੀ ਤੌਰ ਤੇ ਇਹ ਕੁਝ ਵਾਪਰਨ ਨੂੰ ਵੇਖਣ ਨੂੰ ਸਾਨੂੰ ਮਿਲ ਸਕਦਾ ਕਿ ਦਿਨਕਰ ਗੁਪਤਾ ਹੋਣੀ ਕਿ ਕਿਸ ਤਰੀਕੇ ਨਾਲ ਉਹ ਇਸ ਅਹੁਦੇ ਤੇ ਕਦੋਂ ਤੱਕ ਤੈਨਾਤ ਰਹਿੰਦੇ ਨੇ। ਕਈ ਵਾਰੀ ਤਾਂ ਆਮ ਤੌਰ ਤੇ ਇਹ ਵੀ ਵੇਖਣ ਨੂੰ ਮਿਲਿਆ ਕਿ ਜਦੋਂ ਮੁੱਖ ਮੰਤਰੀ ਅਸਤੀਫਾ ਦੇ ਦਿੰਦਾ ਤਾਂ ਉਹਨਾਂ ਦੇ ਜਿਹੜੇ ਵਫਾਦਾਰ ਹੁੰਦੇ ਉਹ ਵੀ ਆਪੋ ਆਪਣਾ ਰੈਜ਼ੀਗਨੇਸ਼ਨ ਜਿਹੜਾ ਆ ਉਹ ਦੇ ਦਿੰਦੇ ਨੇ। ਪਰ ਸ਼ਾਇਦ ਇੱਥੋਂ ਅਜੇ ਕੋਈ ਇੱਦਾਂ ਦੀ ਗੱਲ ਉਹ ਸਾਹਮਣੇ ਨਹੀਂ ਆਈ। ਇਹ ਸਮਾਂ ਦੱਸੇਗਾ ਕਿ ਕੌਣ ਕਿਸ ਹੱਦ ਤੱਕ ਕਿਸੇ ਨਾਲ ਵਿਚਰਦਾ ਜਾਂ ਕਿਸ ਹੱਦ ਤੱਕ ਨਾ ਜ਼ਿਆਦਾ। ਪਰ ਇਹ ਦੋ ਨਾਮ ਜਿਹੜੇ ਨੇ ਸਿਧਾਰਥ ਚਟੋਪਾਧਿਆਏ ਔਰ ਦੂਜਾ ਇਕਬਾਲ ਪਰਵੇਜ਼ ਸੋਹਤਾ ਦਾ ਨਾਮ ਜਿਹੜਾ DGP ਦੀ ਦੌੜ ਦੇ ਵਿੱਚ ਸਭ ਤੋਂ ਅੱਗੇ ਜਿਹੜਾ ਸਾਨੂੰ ਵੇਖਣ ਨੂੰ ਮਿਲਦਾ ਪਿਆ। ਔਰ ਦਿਨਕਰ ਗੁਪਤਾ ਦਾ ਲਗਭਗ ਜਾਣਾ ਜਿਹੜਾ ਉਹ ਤੈਅ ਹੀ ਹੈ। ਅਣਖੀ ਸਾਹਿਬ, ਤੁਸੀਂ ਇਸ ਵਿਸ਼ੇਸ਼ ਮੁੱਦੇ ਦੇ ਉੱਪਰ ਗੱਲਬਾਤ ਕਰਨ ਲਈ ਸਾਡੇ ਨਾਲ ਜੁੜੇ ਤੁਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ। ਸੋ ਇਹ ਸਨ ਪ੍ਰੋਫੈਸਰ ਮਨਜੀਤ ਸਿੰਘ ਅਣਖੀ, ਜਿਨ੍ਹਾਂ ਨੇ ਪੰਜਾਬ ਦੀਆਂ ਅਹਿਮ ਖਬਰਾਂ ਦੇ ਉੱਪਰ ਵਿਸਥਾਰ ਨਾਲ ਜਾਣਕਾਰੀ ਦਿੱਤੀ। ਸਾਨੂੰ ਉਮੀਦ ਹੈ ਤੁਹਾਨੂੰ ਇਹ ਜਾਣਕਾਰੀ, ਇਹ ਚਰਚਾ ਜ਼ਰੂਰ ਪਸੰਦ ਆਈ ਹੋਵੇਗੀ। ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਦੁਆਰਾ ਦਿੱਤੀ ਗਈ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ। ਸੋ ਇਸੇ ਤਰ੍ਹਾਂ ਇੱਕ ਵਾਰ ਫਿਰ ਤੋਂ ਪ੍ਰੋਗਰਾਮ ਵਿੱਚ ਆਪਾਂ ਮਿਲਾਂਗੇ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।